दुनिया परमाच जी पै गई दुनिया हो परमाच जी पै गई दुनिया हाँ परमाच जी पै गई दुनिया परमाच जी पै गई दुनिया परमाच जी प्यारे पै गई दुनिया परमाच जी पै गई दुनिया परमाच जी पै गई दुनिया हो परमाच जी पै गई दुनिया परमाच जी पै गई दुनिया परमाच जी पै गई दुनिया राम खुदा दा नाम एक है खुदा दा नाम एक है खुदा दा नाम एक है वो परमाच पै गई दुनिया राम खुदा दा नाम एक है परमाच पै गई दुनिया राम खुदा दा नाम एक है परमाच पै गई दुनिया अल्लाह राम खुदा दा नाम एक है परमाच पै गई दुनिया अल्लाह राम खुदा दा नाम एक है परमाच पै गई दुनिया राम खुदा दा नाम एक है परमाच पै गई दुनिया हाँ जी अब लो अल्लाह लो पाया कुदरत के सब बंदे एक नूर को सब जग उपजया कौन भले को मंदे ਇੱਕ ਅਕਾਲ ਪੁਰਖ ਪ੍ਰਮਾਤਮਾ ਦੀ ਜੋਤ ਹੈ ਆਪਾਂ ਸਾਡੇ ਸਾਰਿਆਂ ਦੇ ਵਿੱਚ ਉਹ ਪ੍ਰਮਾਤਮਾ ਵੱਸਦਾ ਭਾਈ ਉਸ ਪ੍ਰਮਾਤਮਾ ਦੀ ਦੇਣ ਹੈ ਆਪਾਂ ਨੂੰ ਕਿ ਉਹਨੇ ਸਵਾਸ ਦਿੱਤੇ ਉਹਦੇ ਸਵਾਸ ਦੇਣ ਕਰਕੇ ਆਪਾਂ ਦੁਨੀਆ ਵਿੱਚ ਵਿਚਰ ਰਹੇ ਹਾਂ ਜੋ ਸਵਾਸ ਹੀ ਨਾ ਦੇਵੇ ਕਿਵੇਂ ਵਿਚਰਾਂਗੇ ਅਸੀਂ ਧਨ ਦੇ ਜ਼ੋਰ ਨਾਲ ਵਿਚਰ ਸਕਦੇ ਹਾਂ ਸੰਸਾਰ ਵਿੱਚ ਦੌਲਤ ਦੇ ਜ਼ੋਰ ਨਾਲ ਵਿਚਰ ਸਕਦੇ ਹਾਂ ਆਪਣੇ ਕਿਸੇ ਜ਼ੋਰ ਨਾਲ ਵਿਚਰ ਸਕਦੇ ਹਾਂ ਨਹੀਂ ਇਹ ਤੇ ਸਾਡਾ ਭੁਲੇਖਾ ਹੈ ਜਾਂ ਕਿਸੇ ਕਰਕੇ ਸਾਡੇ ਕਾਰਜ ਥੋੜੀ ਰੁਕ ਸਕਦੇ ਆ ਨਹੀਂ ਭਾਈ ਇਹ ਤੇ ਉਹ ਅਕਾਲ ਪੁਰਖ ਦੀ ਮਿਹਰ ਹੈ ਉਹਨੇ ਕਾਰਜ ਕਰਵਾਏ ਲੈਣੇ ਜੇ ਤੂੰ ਨਹੀਂ ਕਰੇਗਾ ਉਹਨੇ ਕਿਸੇ ਹੋਰ ਨੂੰ ਪ੍ਰੇਰਨਾ ਦੇ ਦੇਣੀ ਉਹਨੇ ਕਿਸੇ ਹੋਰ ਦੀ ਡਿਊਟੀ ਲਾ ਦੇਣੀ ਇਹ ਤੇ ਡਿਊਟੀਆਂ ਨੇ ਜੋ ਅਕਾਲ ਪੁਰਖ ਪ੍ਰਮਾਤਮਾ ਨੇ ਲਾਈਆਂ ਹੋਈਆਂ ਬੰਦਾ ਐਵੇਂ ਮੇਰੀ ਵਿੱਚ ਉਲਝਿਆ ਪਿਆ महाराज कहते ने मेरी मेरी तक कैरों करते दुर्योधन से भाई 12 जोजन छत्र चले ता देही गर्जन खाई सर्व स्वयं की लंका होती रावण से दिखाई कहाँ पे उधर बांधे हाथी खिन में पई पराई ओ दुर्वासा स्यों करत ठगौरी जादव ए फल पाए कृपा करी जन अपने ऊपर नाम दियो हर गुण गाए बाणी ते सानू कहंदी है भी परमात्मा दा नाम जपो किन्ना को नाम जपदे आपां ईरखा तो बगैर काम कोई नहीं सानू साडे अंदर साड़े बड़े गुआंढी रोटी चंगी क्यों खाण लग पे इसे गल दा साड़ा है किसी दी जग दे विच शोभा क्यों हो गई इसे गल दा साड़ा है इहदी शोभा क्यों हो गई इहदा काम कार चंगा क्यों चल पिया इसे गल्लां दे साड़े आ प्यारिओ नाले साड़ा करके करांगे की अपना ही खून फूकना है जे किसी प्रति साड़ा कर दे अपना खून फूकना क्यों साड़ा करिए क्यों अपना खून फूकीए बिल्कुल नहीं साड़ा करना चाहिए किसी दे कर्मां ते किसी दे लेखां ते किसी दी गरीबी वेख के हसना नहीं चाहिए किसी दे कर्मां ते वेख के हसना नहीं चाहिए घर विच गरीबी है तू अमीर है
ਗਰੀਬ ਦੀ ਕੁੱਲੀ ਛੱਪਰੀ ਵੇਖ ਕੇ ਹੱਸਣਾ ਨਹੀਂ ਹੱਸਣਾ ਚਾਹੀਦਾ। ਭਲੀ ਸੁਹਾਵੀ ਛਾਪਰੀ, ਕੀ ਪਤਾ ਹੈ ਉਹ ਛੱਪਰੀ ਦੇ ਵਿੱਚ ਰਹਿਣ ਵਾਲਾ ਪ੍ਰਮਾਤਮਾ ਦੇ ਨਾਲ ਜੁੜਿਆ ਹੋਵੇ, ਤੂੰ ਆਪਣੇ ਮਹਿਲਾਂ ਦਾ ਮਾਣ ਕਰੀ ਜਾਵੇਂ। ਗੁਰੂ ਸਾਹਿਬ ਤੇ ਕਹਿੰਦੇ ਆ ਵੀ ਉਹ ਛੱਪਰੀ ਵੀ ਭਲੀ ਆ ਵੀ ਜਿੱਥੇ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ। ਉਹ ਵੱਡੇ ਵੱਡੇ ਧੌਲਰ, ਵੱਡੇ ਵੱਡੇ ਮਹਿਲ ਮਨਾਰੇ, ਕਹਿੰਦੇ ਕਿਸੇ ਕੰਮ ਨਹੀਂ ਜਿੱਥੇ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ ਜਾਂਦਾ। ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ। ਇਹ ਜਿਹੜੇ ਰੋਗ ਲੱਗੇ ਹੋਏ ਆ ਨਾ, ਜਿਹੜੇ ਰੋਗ ਲੱਗੇ ਹੋਏ ਆ, ਇਹ ਪਰਮੇਸ਼ਰ ਨੂੰ ਭੁੱਲਣ ਕਰਕੇ ਲੱਗੇ ਹੋਏ ਆ। ਕਿਸੇ ਨੂੰ ਹਉਮੈ ਦਾ ਰੋਗ ਹੈ, ਕਿਸੇ ਨੂੰ ਈਰਖਾ ਦਾ ਰੋਗ ਹੈ। ਇਹ ਵੱਡਿਆਂ ਵੱਡਿਆਂ ਨੂੰ ਰੋਗਾਂ ਨੇ ਘੇਰਿਆ ਹੋਇਆ। ਭਾਵੇਂ ਕੋਈ ਕਹੀ ਜਾਵੇ ਮੈਂ ਰੋਗਾਂ ਤੋਂ ਬਚਿਆ ਹੋਇਆ, ਨਹੀਂ ਨਹੀਂ, ਇੱਕ ਤੇ ਸਰੀਰਕ ਰੋਗ ਨੇ, ਇੱਕ ਸਾਡੇ ਆਪਣੇ ਸਿਹੜੇ ਹੋਏ ਰੋਗ ਹੈ, ਇੱਕ ਤੇ ਕੁਦਰਤ ਵੱਲੋਂ ਲੱਗੇ ਹੋਏ ਆ, ਇੱਕ ਸਾਡੇ ਸਿਹੜੇ ਹੋਏ ਆ। ਉਹ ਕਿਹੜੇ ਨੇ? ਵੱਡੇ ਵੱਡਿਆਂ ਨੂੰ ਹਉਮੈ ਵਾਲਾ ਰੋਗ ਲੱਗੇ, ਉਹ ਵੱਡੇ ਵੱਡਿਆਂ ਨੂੰ ਹਉਮੈ ਵਾਲਾ ਰੋਗ ਲੱਗਿਆ। ਵੱਡੇ ਵੱਡਿਆਂ ਨੂੰ ਹਉਮੈ ਵਾਲਾ ਰੋਗ ਲੱਗਿਆ, ਵੱਡੇ ਵੱਡਿਆਂ ਨੂੰ ਹਉਮੈ ਵਾਲਾ ਰੋਗ ਲੱਗਿਆ, ਵੱਡਿਆਂ ਨੂੰ ਹਉਮੈ ਵਾਲਾ ਰੋਗ ਲੱਗਿਆ, ਵੱਡੇ ਵੱਡਿਆਂ ਨੂੰ ਹਉਮੈ ਵਾਲਾ ਰੋਗ ਲੱਗਿਆ, ਵੱਡੇ ਵੱਡਿਆਂ ਨੂੰ ਹਉਮੈ ਵਾਲਾ ਰੋਗ ਲੱਗਿਆ। ਉਹ ਵੱਡੇ ਵੱਡਿਆਂ ਨੂੰ ਹਉਮੈ ਵਾਲਾ ਰੋਗ ਲੱਗਿਆ, 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 ਵੱਡੇ ਵੱਡਿਆਂ ਨੂੰ ਹਉਮੈ ਵਾਲਾ ਰੋਗ ਲੱਗਿਆ। ਵੱਡੇ ਵੱਡਿਆਂ ਨੂੰ ਹਉਮੈ ਵਾਲਾ ਰੋਗ ਲੱਗਿਆ। ਉਹ ਵੱਡੇ ਵੱਡਿਆਂ ਨੂੰ ਹਉਮੈ ਵਾਲਾ ਰੋਗ ਲੱਗਿਆ, 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 ਵੱਡੇ ਵੱਡਿਆਂ ਨੂੰ ਹਉਮੈ ਵਾਲਾ ਰੋਗ ਲੱਗਿਆ। ਹਉਮੈ ਨਾਵੇ ਨਾਲ ਵਿਰੋਧ ਹੈ, ਬਾਣੀ ਕਹਿੰਦੀ। ਹਉਮੈ ਤੇ ਨਾਮ ਦਾ ਆਪਸ ਵਿੱਚ ਬੜਾ ਟਕਰਾਅ ਏ। ਆਪਾਂ ਤੇ ਕਹਿੰਦੇ ਆ ਨਾ ਵੀ ਮੈਂ ਧਰਮੀ ਹਾਂ ਬੜਾ, ਮੈਂ ਤੇ ਨਾਮ ਬੜਾ ਜਪਦਾ, ਪਰ ਜੇ ਅੰਦਰ ਹੰਕਾਰ ਹੈ, ਇਹ ਤੇ ਫਿਰ ਦੋਨਾਂ ਦਾ ਆਪਸ ਵਿੱਚ ਹੀ ਟਕਰਾਅ ਵੀ ਬੜਾ ਹੈ। ਜਿੱਥੇ ਹਉਮੈ ਉੱਥੇ ਨਾਮ ਨਹੀਂ ਠਹਿਰ ਸਕਦਾ, ਜਿੱਥੇ ਨਾਮ ਹੈ ਉੱਥੇ ਫਿਰ ਹਉਮੈ ਨਹੀਂ ਆ ਸਕਦੀ। ਨਾਮ ਟਿਕਦਾ ਹੀ ਉੱਥੇ ਹੈ ਜਿੱਥੇ ਹਉਮੈ ਨਾ ਹੋਵੇ। ਹਉਮੈ ਦਾ ਨਾਸ ਕਰ ਦਿੰਦਾ ਨਾਮ। ਇਸੇ ਕਰਕੇ ਪਰਮਾਤਮਾ ਦਾ ਨਾਮ ਸਦਾ ਜਪੀਏ। ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਡੀ ਖਲਾਸੀ ਨਹੀਂ ਹੋਣੀ। ਪਰਮਾਤਮਾ ਦੇ ਨਾਮ ਤੋਂ ਬਿਨਾਂ ਜਨਮ ਮਰਨ ਤੋਂ ਖਲਾਸੀ ਨਹੀਂ ਮਿਲਣੀ। ਪਰਮਾਤਮਾ ਦਾ ਨਾਮ ਜਪ ਕੇ ਆਪਣੇ ਜੀਵਨ ਨੂੰ ਸਵਾਰੀਏ। ਪਰਮਾਤਮਾ ਦੇ ਨਾਮ ਨਾਲ ਜੀਵਨ ਜਿਉਣ ਦੀ ਜਾਚ ਸਿੱਖੀ ਜਾਂਦੀ ਹੈ। ਪਰਮਾਤਮਾ ਦਾ ਨਾਮ ਜਪਣ ਨਾਲ ਸਾਧ ਸੰਗਤ ਅੰਦਰ ਚੰਗੇ ਗੁਣ ਪੈਦਾ ਹੁੰਦੇ ਐ। ਹੁਣ ਅੰਦਰ ਚੰਗੇ ਗੁਣ ਪੈਦਾ ਕਰਨੇ ਆ ਜਾਂ ਫਿਰ ਈਰਖਾ ਦੇ ਵਿੱਚ ਹੀ ਸੜਦੇ ਰਹਿਣਾ, ਇਹ ਸਾਡੀ ਆਪਣੀ ਮਰਜ਼ੀ ਹੈ। ਨਹੀਂ ਈਰਖਾ ਵਿੱਚ ਸੜਨਾ। ਅਸੀਂ ਕਿਉਂ ਸੜੀਏ? ਅਸੀਂ ਨਾਮ ਜਪਾਂਗੇ, ਅਸੀਂ ਪਰਮਾਤਮਾ ਨੂੰ ਯਾਦ ਰੱਖਾਂਗੇ। ਗੁਰੂ ਨਾਨਕ ਨੇ ਸਾਨੂੰ ਬਹੁਤ ਸੌਖਾ ਸਰਲ ਤਰੀਕਾ ਦੱਸਿਆ। ਪੁਰਾਣਾ ਸਮਾਂ ਵੇਖੋ ਕਿਵੇਂ ਮਹਾਤਮਾ ਲੋਕ ਪਰਮਾਤਮਾ ਨੂੰ ਪਾਉਣ ਦੇ ਲਈ ਕੋਈ ਪੁੱਠੇ ਲੱਟ ਕੇ ਭਗਤੀ ਕਰਦਾ ਸੀ,
ਕੋਈ ਜਲ ਧਾਰੇ ਕਰਦਾ ਸਿਆਲ ਦੀਆਂ ਰੁੱਤਾਂ, ਠੰਡੇ ਪਾਣੀ ਦੇ ਵਿੱਚ ਖੜੇ ਪਾਣੀ ਦੇ ਵਿੱਚ ਸਾਧ ਸੰਗਤ ਜਲ ਧਾਰੇ ਕਰਨੇ। ਕਿਸੇ ਨੇ ਸਾਧ ਸੰਗਤ ਪੁੱਠੇ ਲਟ ਕੇ ਭਗਤੀ ਕਰਨੀ। ਕੋਈ ਧੂਣੀਆਂ ਤਾਪਦਾ ਜੇਠ ਹਾੜ ਦੇ ਮਹੀਨੇ, ਕਾਹਦੇ ਵਾਸਤੇ? ਉਹ ਪ੍ਰਮਾਤਮਾ ਨੂੰ ਪਾਉਣ ਵਾਸਤੇ, ਜਾਂ ਫਿਰ ਪ੍ਰਮਾਤਮਾ ਦੀਆਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ। ਕਈ ਉਹਨਾਂ ਬਖਸ਼ਿਸ਼ਾਂ ਦਾ ਨਜਾਇਜ਼ ਫਾਇਦਾ ਵੀ ਉਠਾ ਜਾਂਦੇ ਐ, ਨਜਾਇਜ਼ ਫਾਇਦਾ ਵੀ ਬੜੇ ਉਠਾਉਂਦੇ ਆ ਭਾਈ। ਸਾਡੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਹਿਣਾ ਕੀਤਾ ਵੀ ਮੇਰਾ ਜਿਹੜਾ ਸਿੱਖ ਹੈ, ਇੱਥੇ ਇਹ ਨਹੀਂ, ਗੁਰੂ ਨਾਨਕ ਨੇ ਸੇਵਕ ਨੂੰ ਸਿੱਖ ਆਖਿਆ ਹੈ। ਜਿਹੜਾ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ, ਉਹ ਬੰਦੇ ਦੇ ਬਣਾਏ ਹੋਏ ਕਿਸੇ ਵੀ ਧਰਮ ਦਾ ਹੋ ਸਕਦਾ ਹੈ, ਭਾਵੇਂ ਉਹ ਮੁਸਲਮਾਨ ਹੋਵੇ, ਭਾਵੇਂ ਹਿੰਦੂ ਹੋਵੇ, ਭਾਵੇਂ ਸਿੱਖ ਹੋਵੇ। ਤੇ ਸਾਧ ਸੰਗਤ ਪ੍ਰਮਾਤਮਾ ਦੇ ਸਾਰੀ ਪਿਆਰੀ ਆਪਾਂ ਬੱਚੇ ਆ ਉਸ ਮਾਲਕ ਦੇ। ਅਰਦਾਸ ਕਰੀਏ, ਹੇ ਦਾਤਾ ਜੀ ਤੁਮ ਦਾਤੇ ਠਾਕੁਰ ਪ੍ਰਤਪਾਲਕ, ਤੁਸੀਂ ਸਾਡੀ ਪ੍ਰਤਪਾਲਣਾ ਕਰਨ ਵਾਲੇ ਸਾਡੇ ਦਾਤੇ ਹੋ, ਸਾਡੇ ਮਾਲਕ ਹੋ ਤੁਸੀਂ। ਹਮ ਮੁਬਾਰਕ ਤੁਮਰੇ ਧਾਰੇ, ਅਸੀਂ ਬੱਚੇ ਤੁਹਾਡੇ ਆਸਰੇ ਜਿਉਂਦੇ ਆ। ਕਹਿ ਕੇ ਤਾਂ ਵੇਖੀਏ ਵੀ ਸੱਚੇ ਪਾਤਸ਼ਾਹ ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ, 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 ਤੇਰੇ ਆਸਰੇ ਮੇਰਾ 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 ਬੇੜਾ ਜੀ ਗਰੀਬ ਦਾ। ਹਮ ਬਾਰਕ ਤੁਮਰੇ ਧਾਰੇ, ਅਸੀਂ ਬੱਚੇ ਹੈ ਦਾਤਾ ਜੀ ਤੁਹਾਡੇ ਆਸਰੇ ਜਿਉਂਦੇ ਆ। ਇੱਥੇ ਮਾਣ ਨਹੀਂ ਕਰਨਾ ਚਾਹੀਦਾ, ਸਗੋਂ ਨੀਵੇਂ ਹੋ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਝੁਕ ਜਾਈਏ। ਜਿਵੇਂ ਨਤਮਸਤਕ ਹੁੰਦੇ ਆ ਨਾ ਆਪਾਂ ਸਾਰੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਦੇ। ਇੱਕ ਵਾਰੀ ਜਿਹਦਾ ਗੁਰੂ ਨਾਨਕ ਦੇ ਚਰਨਾਂ ਵਿੱਚ ਮੱਥਾ ਮਸਤਕ ਝੁਕ ਜਾਏ, ਉਹਦਾ ਹੋਰ ਕਿਤੇ ਥਾਂ ਥਾਂ ਤੇ ਮਸਤਕ ਨਹੀਂ ਝੁਕਦਾ। ਇਸ ਦਰ ਤੇ ਆ ਕੇ ਵੱਡਿਆਂ ਵੱਡਿਆਂ ਦਾ ਹੰਕਾਰ ਟੁੱਟਿਆ, ਬਲੀ ਕੰਧਾਰੀ ਵਰਗਿਆਂ ਦਾ ਹੰਕਾਰ ਟੁੱਟਿਆ।
ਜਿਵੇਂ ਪਰਿਵਾਰ 3 ਰੋਜ਼ ਤੋਂ ਸੇਵਾ ਕਰ ਰਿਹਾ, ਇਦਾਂ ਹੀ ਸੇਵਾ ਜਿਹੜੀ ਹੈ ਉਹ ਸਾਨੂੰ ਮਾਲਕ ਦੀ ਕਰਦੇ ਰਹਿਣਾ ਚਾਹੀਦਾ ਹੈ। ਇੱਥੇ ਕਿਸੇ ਤੋਂ ਬਿਨਾਂ ਕਿਸੇ ਦੇ ਕਾਰਜ ਨਹੀਂ ਰੁਕਿਆ ਕਰਦੇ। ਇੱਥੇ ਗੁਰੂ ਨਾਨਕ ਦਾ ਘਰ ਤੇ ਐਸਾ ਹੈ, ਇੱਥੇ ਤੇ ਸਾਧ ਸੰਗਤ ਗੂੰਗਿਆਂ ਬੋਲਿਆਂ ਤੋਂ ਵੀ ਕਥਾ ਕਰਵਾਈ ਗਈ ਹੈ, ਆਪਾਂ ਸਾਰੇ ਇਤਿਹਾਸ ਜਾਣਦੇ ਹਾਂ। ਇੱਥੇ ਤੇ ਜਿਹੜੇ ਜਿਨ੍ਹਾਂ ਨੂੰ ਸੁਣਦਾ ਨਹੀਂ ਸੀ, ਗੂੰਗੇ ਬੋਲੇ ਸਨ, ਬਹਿਰੇ ਸਨ, ਉਹਨਾਂ ਤੇ ਵੀ ਕਿਰਪਾ ਹੋ ਗਈ। ਗੁਰੂ ਹਰਿਕ੍ਰਿਸ਼ਨ ਮਹਾਰਾਜ ਵਰਗੇ ਸਤਿਗੁਰੂ ਜਿਨ੍ਹਾਂ ਤੇ ਕਿਰਪਾ ਕਰ ਦੇਣ, ਉਹਨਾਂ ਗੂੰਗਿਆਂ ਨੂੰ ਵੀ ਬੋਲਣ ਲਾ ਦਿੰਦੇ ਆ। ਤੇ ਗੁਰੂ ਨਾਨਕ ਦਾ ਦਰ ਐਸਾ ਹੈ। ਗੁਰੂ ਨਾਨਕ ਦੇ ਘਰ ਦੇ ਸੱਤਾ ਬਲਵੰਡਾ ਰਬਾਬੀ ਸਨ, ਕੀਰਤਨ ਕਰਦੇ ਸਨ। ਕੀਰਤਨ ਕਰਦਿਆਂ ਸਾਧ ਸੰਗਤਾਂ ਦੇ ਵਿੱਚ ਪਿਆਰ ਵੱਧ ਜਾਂਦਾ ਹੈ। ਹੁਣ ਹਰੇਕ ਇਨਸਾਨ ਪਿਆਰ ਕਰਦਾ ਵੀ ਗੁਰੂ ਘਰ ਦੇ ਕੀਰਤਨੀਏ ਨੇ। ਜਿਵੇਂ ਹੁਣ ਤੁਸੀਂ ਸੰਗਤਾਂ ਕੀਰਤਨ ਕਰਨ ਵਾਲਿਆਂ ਦਾ ਸਤਿਕਾਰ ਕਰਦੇ ਹੋ, ਸੱਤਾ ਤੇ ਬਲਵੰਡਾ ਦਾ ਬੜਾ ਸਤਿਕਾਰ ਹੁੰਦਾ। ਤੇ ਸਾਧ ਸੰਗਤ ਸਤਿਕਾਰ ਹੁੰਦਾ ਹੈ ਤੇ ਨਾਲ ਨਾਲ ਸੇਵਾ ਵੀ ਚੱਲਦੀ। ਪ੍ਰੇਮ ਭਾਵਨਾ ਸ਼ਰਧਾ ਵਿੱਚ ਭਿੱਜ ਕੇ ਕੀਰਤਨ ਕਰਦੇ ਆ, ਗੁਰੂ ਘਰ ਦੀਆਂ ਖੁਸ਼ੀਆਂ ਲੈ ਰਹੇ ਨੇ ਸੱਤਾ ਤੇ ਬਲਵੰਡਾ। ਇੱਕ ਸਮਾਂ ਆਇਆ ਵੀ ਜਦੋਂ ਇਹਨਾਂ ਦੀ ਬੱਚੀ ਦਾ ਵਿਆਹ ਸੀ। ਬੱਚੀ ਦੇ ਵਿਆਹ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾ ਕੇ, ਸੱਚੇ ਪਾਤਸ਼ਾਹ ਧੀ ਦਾ ਵਿਆਹ ਰੱਖਿਆ ਹੈ, ਮਹਾਰਾਜ ਕਿਰਪਾ ਕਰਿਓ। ਸੱਚੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਜ਼ਰੂਰ ਕਿਰਪਾ ਹੋ ਜਾਏਗੀ। ਕਹਿੰਦੇ ਮਹਾਰਾਜ ਦੱਸੋ ਵੀ ਕੀ ਕਿਰਪਾ ਕਰੋਗੇ, ਮਹਾਰਾਜ ਕੀ ਦਿਓਗੇ? ਸੱਚੇ ਪਾਤਸ਼ਾਹ ਕਹਿੰਦੇ ਲੈ ਲਿਓ ਭਾਈ ਜਿਹੜਾ ਕੁਝ ਲੈਣਾ ਹੈ। ਇਹ ਕਹਿੰਦੇ ਨਹੀਂ ਮਹਾਰਾਜ ਸਾਨੂੰ ਦੱਸਣਾ ਕਰੋ। ਸੱਚੇ ਪਾਤਸ਼ਾਹ ਕਹਿੰਦੇ ਫਿਰ ਤੁਸੀਂ ਉਹ ਦੱਸ ਦਿਓ ਵੀ ਕੀ ਲੈਣਾ, ਵੀ ਕੀ ਲੈਣਾ ਤੁਸੀਂ ਉਹ ਦੱਸ ਦਿਓ। ਇਹਨਾਂ ਨੇ ਪਤਾ ਕੀ ਆਖਿਆ? ਉਹ ਸੰਗਤਾਂ ਬੜੀਆਂ ਜੁੜਦੀਆਂ ਸਨ, ਗੁਰੂ ਘਰ ਦਾ ਚੜਾਵਾ ਬੜਾ ਹੁੰਦਾ ਸੀ। ਇਹ ਕਹਿੰਦੇ ਮਹਾਰਾਜ ਇੱਕ ਦਿਨ ਦਾ ਚੜਾਵਾ ਦੇ ਦਿਓ। ਮਹਾਰਾਜ ਕਹਿੰਦੇ ਸਰਜੂ ਇੱਕ ਦਿਨ ਦੇ ਚੜਾਵੇ ਨਾਲ, ਇੱਕ ਦਿਨ ਦੇ ਚੜਾਵੇ ਨਾਲ ਤੁਹਾਡੇ ਬੱਚੀ ਦਾ ਵਿਆਹ ਹੋ ਜਾਏਗਾ? ਇਹ ਕਹਿੰਦੇ ਹਾਂ ਮਹਾਰਾਜ ਹੋ ਜਾਏਗਾ, ਤੁਸੀਂ ਕਿਰਪਾ ਕਰੋ, ਤੁਸੀਂ ਹਾਂ ਕਰੋ। ਸੱਚੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਭਾਈ, ਤੁਸੀਂ ਗੁਰੂ ਘਰ ਦੇ ਕੀਰਤਨੀ ਹੋ, ਤੁਹਾਡੀ ਇੱਛਾ ਹੈ ਤਾਂ ਇੱਕ ਦਿਨ ਦੇ ਚੜਾਵੇ ਨਾਲ ਜੇ ਤੁਹਾਡਾ ਕਾਰਜ ਸਬਰ ਸਕਦਾ ਹੈ। ਪਰ ਇਹ ਭੁੱਲ ਗਏ ਸੀ, ਇਹ ਗਾਉਂਦੇ ਹੀ ਸੀ, ਇਹ ਰੋਜ਼ ਕੀਰਤਨ ਕਰਦੇ ਕਰਦੇ ਗਾਉਂਦੇ ਹੀ ਸੀ ਵੀ ਪ੍ਰਮਾਤਮਾ ਆਪਣੇ ਪਿਆਰਿਆਂ ਦੇ ਕਾਰਜ ਆਪ ਸਵਾਰਦਾ ਹੈ। ਇਹ ਰੋਜ਼ ਜਦੋਂ ਵੀ ਕੀਰਤਨ ਕਰਦੇ ਇਹਨਾਂ ਨੇ ਸਿੱਖਿਆ ਦੇਣੀ ਵੀ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਦੇ ਕਾਰਜ ਸਵਾਰਦੇ ਆ। ਔਰ ਕਦੇ ਕਦੇ ਇਹ ਆ ਬੋਲ ਵੀ ਬੋਲਦੇ ਸਨ, ਆਪ ਹਰੀ ਜੀ ਕਰਦੇ ਕਾਰਜ, ਆਪ ਹਰੀ ਜੀ ਕਰਦੇ ਕਾਰਜ ਰਾਸ ਭਗਤਾਂ ਦੇ, 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 ਹਾਂਜੀ ਆਪ ਹਰੀ ਜੀ ਕਰਦੇ ਕਾਰਜ ਰਾਸ ਭਗਤਾਂ ਦੇ, 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 ਆਪ ਹਰੀ ਜੀ ਕਰਦੇ ਕਾਰਜ ਰਾਸ ਭਗਤਾਂ ਦੇ। ਗੁਰੂ ਸਾਹਿਬ ਕਹਿੰਦੇ ਆ, ਕਹਿੰਦੇ ਵੀ ਤੁਸੀਂ ਆਪ ਤੇ ਰੋਜ਼ ਕੀਰਤਨ ਕਰਦੇ ਹੋ ਵੀ ਪ੍ਰਮਾਤਮਾ ਆਪ ਆਪਣੇ ਭਗਤਾਂ ਪਿਆਰਿਆਂ ਦੇ ਕਾਰਜ ਸਵਾਰਦਾ, ਤੁਹਾਨੂੰ ਭਰੋਸਾ ਨਹੀਂ?
ਇਹ ਕਹਿੰਦੇ ਮਹਾਰਾਜ ਭਰੋਸਾ ਤੇ ਹੈ, ਪਰ ਇੱਕ ਦਿਨ ਦੇ ਚੜਾਵੇ ਨਾਲ ਸਾਡਾ ਵਿਆਹ ਹੋ ਜਾਣਾ ਬੱਚੀ ਦਾ। ਕਹਿੰਦੇ ਠੀਕ ਹੈ। ਹੁਣ ਦੂਸਰੇ ਦਿਨ ਹੁਣ ਵੇਖਦੇ ਆ, ਕੀਰਤਨ ਪ੍ਰਾਰੰਭ ਹੋਇਆ। ਅੱਜ ਕੀਰਤਨ ਦੇ ਵਿੱਚ ਮਨ ਨਹੀਂ, ਬਸ ਇੱਧਰ ਹੀ ਧਿਆਨ ਹੈ ਵੀ ਕਿੰਨੀ ਕੁ ਮਾਇਆ ਇਕੱਠੀ ਹੁੰਦੀ ਹੈ, ਵੀ ਕਿੰਨੇ ਕੁ ਚੜਾਵਾ ਚੜਦਾ। ਚੜਾਵੇ ਵੱਲ ਹੀ ਧਿਆਨ ਹੈ। ਕੀਰਤਨ ਭੇਟਾ ਰੱਖਦੀਆਂ ਨੇ ਸੰਗਤਾਂ, ਬਸ ਇਹੀ ਵੇਖੀ ਜਾਂਦੇ ਆ ਵੀ ਕਿੰਨਾ ਕੁ ਚੜਾਵਾ ਚੜ ਗਿਆ। ਅੱਜ ਧਿਆਨ ਨਹੀਂ, ਆਨੰਦ ਨਹੀਂ ਆ ਰਿਹਾ, ਉਹ ਵਿਰਾਗ ਨਹੀਂ, ਉਹ ਲਗਨ ਨਹੀਂ ਅੰਦਰ, ਜਿਹੜੀ ਲਗਨ ਨਾਲ ਰੋਜ਼ ਕੀਰਤਨ ਕਰਦੇ ਸਨ। ਸੱਚੇ ਪਾਤਸ਼ਾਹ ਸਮਝ ਗਏ ਵੀ ਅੱਜ ਇਹਨਾਂ ਦਾ ਧਿਆਨ ਮਾਇਆ 'ਚ ਹੈ। ਭਾਵੇਂ ਮਾਇਆ ਤੋਂ ਬਗੈਰ ਗੁਜਰਾਨ ਨਹੀਂ ਕਿਸੇ ਦਾ। ਆਪਾਂ ਐਵੇਂ ਕਹੀ ਜਾਈਏ, ਕਈ ਵਾਰੀ ਕਹਿ ਦਿੰਦੇ ਆ ਪਿੰਡੂ ਲੋਕ ਆਪਾਂ ਸਾਰੇ ਵੀ ਇਹ ਬਾਬੇ ਕਹਿੰਦੇ ਆ ਵੀ ਮਾਇਆ ਨਾਗਣੀ ਹੈ, ਵੀ ਮਾਇਆ ਨੂੰ ਹੱਥ ਨਹੀਂ ਲਾਉਣਾ, ਕਹਿੰਦੇ ਆਪ ਛੱਡਦੇ ਨਹੀਂ। ਮਾਇਆ ਤੋਂ ਬਗੈਰ ਆਪਾਂ ਨੂੰ ਪਤਾ ਹੀ ਹੈ ਕਿਹਦਾ ਗੁਜ਼ਾਰਾ, ਪਰ ਨਿਰਾ ਹੀ ਕਹਿੰਦੇ ਮਾਇਆ ਨੂੰ ਨਹੀਂ ਸਮਝਣਾ ਚਾਹੀਦਾ ਵੀ ਸਭ ਕੁਝ ਮਾਇਆ ਹੀ ਹੈ। ਮਾਇਆ ਗੁਜਰਾਨ ਵਾਸਤੇ ਵਰਤੀ ਜਾਏ ਚੰਗੀ ਹੈ। ਜੇ ਮਾਇਆ ਨੂੰ ਸੰਭਾਲ ਰੱਖਾਂਗੇ, ਮਾਇਆ ਸਾਧ ਸੰਗਤ ਕਈ ਵਾਰੀ ਫਿਰ ਇਹ ਵਿਰਾਟ ਰੂਪ ਵੀ ਧਾਰਨ ਕਰ ਲੈਂਦੀ। ਕਹਿੰਦਾ ਮਹਾਰਾਜ ਜੀ ਅੱਜ ਧਿਆਨ ਇੱਥੇ ਹੀ ਹੈ। ਸੱਚੇ ਪਾਤਸ਼ਾਹ ਕਹਿੰਦੇ ਇੱਥੇ ਧਿਆਨ ਨਹੀਂ ਤੁਹਾਡਾ, ਅੱਜ ਤੁਹਾਡਾ ਧਿਆਨ ਮਾਇਆ 'ਚ ਹੈ। ਇਹਨਾਂ ਦਾ ਧਿਆਨ ਪਤਾ ਕੀ ਸੀ? ਹੁਣ ਇਹਨਾਂ ਦੇ ਕਰਮ ਸੀ। ਇਹ ਕਹਿੰਦੇ ਵੀ ਅੱਜ ਜਿਹੜਾ ਚੜਾਵਾ ਹੈ ਇਹ ਘੱਟ ਹੋਇਆ, ਵੀ ਮਹਾਰਾਜ ਨੇ ਪਹਿਲਾਂ ਹੀ ਕਹਿ ਦਿੱਤਾ ਹੋਣਾ ਸੰਗਤਾਂ ਨੂੰ ਵੀ ਅੱਜ ਸੱਤੇ ਤੇ ਬਲਵੰਡੇ ਦਾ ਚੜਾਵਾ ਹੈ, ਵੀ ਅੱਜ ਘੱਟ ਆਇਓ, ਘੱਟ ਚੜਾਵਾ ਚੜਾਇਓ, ਘੱਟ ਭੇਟਾ ਲੈ ਕੇ ਆਇਓ। ਮਨ ਵਿੱਚ ਆ ਗਈ ਖਿਆਲਾਤ, ਦੋਨਾਂ ਦੇ ਅੰਦਰ ਇਹ ਮਨ ਵਿੱਚ ਆ ਗਿਆ ਵੀ ਅੱਜ ਮਹਾਰਾਜ ਨੇ ਸੰਗਤਾਂ ਨੂੰ ਪ੍ਰੇਰ ਦਿੱਤਾ ਵੀ ਅੱਜ ਦਾ ਜਿਹੜਾ ਚੜਾਵਾ ਹੈ ਇਹ ਸੱਤੇ ਤੇ ਬਲਵੰਡੇ ਕੋਲ ਜਾਣਾ ਹੈ, ਵੀ ਤੁਸੀਂ ਚੜਾਵਾ ਘੱਟ ਚੜਾਇਓ, ਨਾਲੇ ਘੱਟ ਆਇਓ। ਸ਼ੰਕਾ ਆ ਗਿਆ ਮਨ ਵਿੱਚ। ਫਿਰ ਸ਼ਰਧਾ ਟੁੱਟ ਜਾਂਦੀ ਹੈ ਜਦੋਂ ਸ਼ੰਕਾ ਮਨ ਵਿੱਚ ਆ ਜਾਏ। ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਜਦੋਂ ਪਹੁੰਚਦੇ ਆ, ਸੱਚੇ ਪਾਤਸ਼ਾਹ ਕਹਿੰਦੇ ਭਾਈ ਅੱਜ ਉਹ ਪਿਆਰ ਨਹੀਂ ਸੀ ਤੁਹਾਡੇ ਕੀਰਤਨ 'ਚ, ਅੱਜ ਤੁਹਾਡੇ ਕੀਰਤਨ 'ਚ ਆਨੰਦ ਨਹੀਂ ਬਣਿਆ। ਇਹ ਪਤਾ ਕੀ ਕਹਿੰਦੇ? ਕਹਿੰਦੇ ਆਨੰਦ ਕਿੱਦਾਂ ਬਣਦਾ ਮਹਾਰਾਜ? ਅੱਜ ਆਨੰਦ ਕਿਵੇਂ ਬਣਦਾ? ਤੁਸੀਂ ਤੇ ਅੱਜ ਸੰਗਤਾਂ ਨੂੰ ਕਹਿ ਦਿੱਤਾ ਵੀ ਘੱਟ ਆਇਓ, ਵੀ ਅੱਜ ਦਾ ਚੜਾਵਾ ਇਹਨਾਂ ਦਾ। ਤੁਸੀਂ ਕਿਹਾ ਸੰਗਤਾਂ ਨੂੰ ਵੀ ਅੱਜ ਭੇਟਾ ਘੱਟ ਲੈ ਕੇ ਆਇਓ। ਇਹ ਚੜਾਵੇ ਨਾਲ ਸਾਡਾ ਘਰ ਪੂਰਾ ਨਹੀਂ ਹੋਣਾ, ਵਿਆਹ ਨਹੀਂ ਹੋਣ ਲੱਗਿਆ। ਮਹਾਰਾਜ ਕਹਿੰਦੇ ਤੇ ਭਾਈ ਤੁਸੀਂ ਉਹ ਕਿਹਾ ਸੀ। ਇਹ ਗੁੱਸੇ ਵਿੱਚ ਆ ਕੇ ਕਹਿੰਦੇ ਅੱਜ ਤੋਂ ਬਾਅਦ ਅਸੀਂ ਕੀਰਤਨ ਨਹੀਂ ਕਰਨਾ, ਅੱਜ ਤੋਂ ਬਾਅਦ ਅਸੀਂ ਤੁਹਾਡੇ ਦਰਬਾਰ ਦੇ ਕੀਰਤਨੀਏ ਨਹੀਂ। ਇਹ ਬਚਨ ਬੋਲ ਕੇ ਗੁੱਸੇ ਹੋ ਕੇ ਮਹਾਰਾਜ ਨਾਲ ਆਪਣੇ ਘਰ ਚਲੇ ਜਾਂਦੇ। ਘਰ ਚਲੇ ਗਏ, ਘਰ ਬਹਿ ਗਏ ਜਾ ਕੇ। ਹੁਣ ਮਹਾਰਾਜ ਨੂੰ ਦੇਖ ਜੀ ਵੀ ਕੋਈ ਗੱਲ ਨਹੀਂ, ਥੋੜੇ ਸਮੇਂ ਦਾ ਗੁੱਸਾ ਹੁੰਦਾ। ਅੰਮ੍ਰਿਤ ਵੇਲਾ ਹੋਇਆ ਦੂਸਰੇ ਦਿਨ, ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਸਮਾਂ ਹੈ। ਸੰਗਤ ਆ ਕੇ ਬੈਠ ਜਾਂਦੀ ਹੈ, ਕੀਰਤਨੀ ਆਈ ਨਹੀਂ। ਸੱਤਾ ਤੇ ਬਲਵੰਡਾ ਆਪਣੇ ਘਰ ਬੈਠੇ। ਸਿੱਖ ਸੰਗਤਾਂ ਨੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਉਹ ਗੁਰੂ ਘਰ ਦੇ ਕੀਰਤਨੀ ਸੱਤਾ ਤੇ ਬਲਵੰਡਾ ਤੇ ਪਹੁੰਚੇ ਨਹੀਂ। ਮਹਾਰਾਜ ਕਹਿੰਦੇ ਵੇਖੋ ਭਾਈ, ਲਿਆਓ ਬੁਲਾ ਕੇ। ਕਿਉਂ ਨਹੀਂ ਆਏ? ਜਦੋਂ ਭਾਈ ਗੁਰਦਾਸ ਜੀ ਵਰਗੇ, ਬਾਬਾ ਬੁੱਢਾ ਜੀ ਵਰਗੇ ਸਾਧ ਸੰਗਤ ਸੱਤੇ ਤੇ ਬਲਵੰਡੇ ਨੂੰ ਘਰੋਂ ਲੈਣ ਵਾਸਤੇ ਗਏ ਤੇ ਸਾਧ ਸੰਗਤ ਆਖਿਆ, ਉਹ ਭਾਈ ਅੱਜ ਤੁਸੀਂ ਕੀਰਤਨ ਕਰਨ ਨਹੀਂ ਆਏ, ਉੱਥੇ ਸੰਗਤਾਂ ਤੁਹਾਨੂੰ ਉਡੀਕ ਰਹੀ ਹੈ, ਸਮਾਂ ਲੰਘਦਾ ਜਾ ਰਿਹਾ। ਇਹ ਕਹਿੰਦੇ ਜਾਓ ਜਾ ਕੇ ਗੁਰੂ ਸਾਹਿਬ ਨੂੰ ਕਹਿ ਦਿਓ ਵੀ ਅੱਜ ਤੋਂ ਬਾਅਦ ਅਸੀਂ ਕੀਰਤਨ ਨਹੀਂ ਕਰਨਾ, ਅਸੀਂ ਨਹੀਂ ਆਵਾਂਗੇ। ਜਾਓ ਕਹਿ ਦਿਓ ਜਾ ਕੇ। ਇਹਨਾਂ ਨੇ ਆ ਕੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰ ਦਿੱਤੀ। ਸੱਚੇ ਪਾਤਸ਼ਾਹ ਤੇ ਆਹ ਬਚਨ ਬੋਲਦੇ ਆ,
ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਗੁੱਸਾ ਹੈ, ਇੱਕ ਵਾਰੀ ਫੇਰ ਚਲੇ ਜਾਓ, ਫਿਰ ਚਲੇ ਜਾਓ। ਤੇ ਸਾਧ ਸੰਗਤ ਉਹ ਫੇਰ ਜਾਂਦੇ, ਬੋਲ ਕਬੋਲ ਬੋਲਦੇ ਆ, ਬੋਲ ਕਬੋਲ ਬੋਲਦੇ ਆ, ਅਪ ਸ਼ਬਦ ਬੋਲਦੇ ਆ। ਸਿੱਖਾਂ ਨੇ ਜਾ ਕੇ ਮਹਾਰਾਜ ਨੂੰ ਫੇਰ ਬੇਨਤੀ ਕੀਤੀ, ਮਹਾਰਾਜ ਉਹ ਨਹੀਂ ਆਉਂਦੇ, ਉਹ ਤੇ ਅਪ ਸ਼ਬਦ ਬੋਲਣ ਲੱਗ ਪਏ ਗੁਰੂ ਨਾਨਕ ਦੇ ਘਰ ਨੂੰ। ਉਹਨਾਂ ਨੇ ਤਾਂ ਗੁਰੂ ਨਾਨਕ ਸਾਹਿਬ ਨੂੰ ਵੀ ਬਚਨ ਬੋਲੇ। ਤੇ ਸਾਧ ਸੰਗਤ ਉਹ ਕਹਿੰਦੇ ਸਾਡਾ ਮਰਦਾਨਾ ਸੀ ਤੁਹਾਡੇ ਗੁਰੂ ਦੇ ਨਾਲ ਰਿਹਾ, ਜੇ ਮਰਦਾਨਾ ਨਾ ਹੁੰਦਾ ਗੁਰੂ ਨਾਨਕ ਕੀਰਤਨ ਕਿਵੇਂ ਕਰ ਲੈਂਦੇ। ਮਰਦਾਨੇ ਨੇ ਰਬਾਬ ਵਜਾਈ ਤਾਂ ਬਾਣੀ ਦਾ ਉਚਾਰਨ ਕੀਤੇ। ਇੰਨਾ ਹੰਕਾਰ। ਸੱਚੇ ਪਾਤਸ਼ਾਹ ਇੱਕ ਵਾਰੀ ਖੁਦ ਚੱਲ ਕੇ ਆਇਓ ਭਾਈ, ਚਲੋ। ਨਿਰੰਕਾਰ ਨੇ ਤੁਹਾਡੇ ਕਾਰਜ ਆਪ ਸਵਾਰ ਦੇਣੇ ਐ, ਭਰੋਸਾ ਤੇ ਰੱਖੋ। ਇਹਨਾਂ ਨੇ ਮਹਾਰਾਜ ਨੂੰ ਵੀ ਜਵਾਬ ਦਿੱਤਾ। ਫਿਰ ਕਹਿੰਦੇ ਗੁਰੂ ਸਾਹਿਬ ਨੇ ਬਚਨ ਕਰ ਦਿੱਤਾ ਵੀ ਨਾ ਗੁਰੂ ਘਰ ਤੋਂ ਫਟਕਾਰੇ ਹੋਇਆ ਨੂੰ ਕੋਈ ਮੂੰਹ ਨਾ ਲਾਇਓ। ਔਰ ਆ ਕੇ ਮਹਾਰਾਜ ਨੇ ਸੰਗਤ ਨੂੰ ਬੇਨਤੀ ਕਰ ਦਿੱਤੀ, ਕਹਿੰਦੇ ਆਓ ਹੁਣ ਗੁਰੂ ਸਾਹਿਬ ਦਾ ਸਮਰੱਥ ਸਨ, ਜਿਹਦੇ ਸਿਰ ਤੇ ਮਰਜ਼ੀ ਹੱਥ ਰੱਖ ਕੇ ਸੇਵਾ ਲੈ ਲੈਣ। ਸਿੱਖ ਸੰਗਤਾਂ ਨੂੰ ਮਹਾਰਾਜ ਨੇ ਹੁਕਮ ਕਰ ਦਿੱਤਾ ਵੀ ਜਿਨ੍ਹਾਂ ਦੇ ਅੰਦਰ ਚਾਹੇ ਆਓ ਸਾਰੇ ਆਪਾਂ ਰਲ ਮਿਲ ਕੇ ਕੀਰਤਨ ਕਰੀਏ। ਸੰਗਤ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਆਪਣੇ ਆਪਣੇ ਸਾਜ਼ ਚੁੱਕ ਕੇ ਬਹਿ ਗਏ। ਆਉਂਦੇ ਨਹੀਂ ਸੀ, ਪਰ ਗੁਰੂ ਦੀ ਕਿਰਪਾ ਹੋ ਗਈ ਕਿ ਆਨੰਦ ਹੀ ਇੰਨਾ ਵਰਸਿਆ। ਸਾਰੇ ਹੀ ਗਾਉਂਦੇ ਐ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ। ਅੰਮ੍ਰਿਤ ਬਾਣੀ ਜੀ ਹਰ ਹਰ ਤੇਰੀ, ਹਰ ਹਰ ਤੇਰੀ। ਅੰਮ੍ਰਿਤ ਬਾਣੀ ਜੀ ਹਰ ਹਰ ਤੇਰੀ, ਹਰ ਹਰ ਤੇਰੀ। ਅੰਮ੍ਰਿਤ ਬਾਣੀ ਜੀ ਹਰ ਹਰ ਤੇਰੀ, ਹਰ ਹਰ ਤੇਰੀ। ਅੰਮ੍ਰਿਤ ਬਾਣੀ ਜੀ ਹਰ ਹਰ ਤੇਰੀ, ਹਰ ਹਰ ਤੇਰੀ। ਅੰਮ੍ਰਿਤ ਬਾਣੀ ਜੀ ਹਰ ਹਰ ਤੇਰੀ, ਹਰ ਹਰ ਤੇਰੀ। ਅੰਮ੍ਰਿਤ ਬਾਣੀ ਜੀ ਹਰ ਹਰ ਤੇਰੀ, ਹਰ ਹਰ ਤੇਰੀ। ਸੁਣ ਸੁਣ ਹੋਗਾ ਪਰਮ ਗਤ ਮੇਰੀ, ਸੁਣ ਸੁਣ ਹੋਗਾ ਪਰਮ ਗਤ ਮੇਰੀ। ਸੁਣ ਸੁਣ ਹੋਗਾ ਪਰਮ ਗਤ ਮੇਰੀ, ਸੁਣ ਸੁਣ ਹੋਗਾ ਪਰਮ ਗਤ ਮੇਰੀ। ਸੁਣ ਸੁਣ ਹੋਗਾ ਪਰਮ ਗਤ ਮੇਰੀ, ਸੁਣ ਸੁਣ ਹੋਗਾ ਪਰਮ ਗਤ ਮੇਰੀ। ਸੁਣ ਸੁਣ ਹੋਗਾ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਸੁਣ ਸੁਣ ਹੋਗਾ ਪਰਮ ਗਤ ਮੇਰੀ, ਸੁਣ ਸੁਣ ਹੋਗਾ ਪਰਮ ਗਤ ਮੇਰੀ। ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਅੰਮ੍ਰਿਤ ਬਾਣੀ ਜੀ ਹਰ ਹਰ ਤੇਰੀ, ਹਰ ਹਰ ਤੇਰੀ। ਅੰਮ੍ਰਿਤ ਬਾਣੀ ਜੀ ਹਰ ਹਰ ਤੇਰੀ, ਹਰ ਹਰ ਤੇਰੀ। ਅੰਮ੍ਰਿਤ ਬਾਣੀ ਜੀ ਹਰ ਹਰ ਤੇਰੀ, ਹਰ ਹਰ ਤੇਰੀ। ਅੰਮ੍ਰਿਤ ਬਾਣੀ ਜੀ ਹਰ ਹਰ ਤੇਰੀ, ਹਰ ਹਰ ਤੇਰੀ। ਅੰਮ੍ਰਿਤ ਬਾਣੀ ਜੀ ਹਰ ਹਰ ਤੇਰੀ, ਹਰ ਹਰ ਤੇਰੀ। ਅੰਮ੍ਰਿਤ ਬਾਣੀ ਜੀ ਹਰ ਹਰ ਤੇਰੀ, ਹਰ ਹਰ ਤੇਰੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਜਦੋਂ ਸੰਗਤਾਂ ਨੇ ਪ੍ਰੇਮ ਵਿੱਚ ਭਿੱਜ ਕੇ ਕੀਰਤਨ ਕੀਤਾ, ਬੜਾ ਆਨੰਦ ਵਰਸਿਆ, ਮੇਘ ਦਾ ਆਨੰਦ ਵਰਸਿਆ। ਤੇ ਸਾਧ ਸੰਗਤ ਫਿਰ ਬਚਨ ਕੀਤਾ ਮਹਾਰਾਜ ਨੇ, ਕਹਿੰਦੇ ਵੀ ਹੁਣ ਨਾ ਬੁਲਾਉਣ ਜਾਇਓ, ਉਹਨਾਂ ਨੂੰ ਬੁਲਾ ਕੇ ਨਾ ਕੋਈ ਲੈ ਕੇ ਆਇਓ, ਔਰ ਨਾ ਹੀ ਕੋਈ ਉਹਨਾਂ ਦੀ ਸਿਫਾਰਿਸ਼ ਲੈ ਕੇ ਆਵੇ। ਕਹਿੰਦੇ ਜਿਹੜਾ ਵੀ ਕੋਈ ਸਿਫਾਰਿਸ਼ ਲੈ ਕੇ ਆਇਆ ਉਹਦਾ ਕਾਲਾ ਮੂੰਹ ਕੀਤਾ ਜਾਏਗਾ, ਕਾਲਾ ਮੂੰਹ ਹੋਊਗਾ ਉਹਦਾ, ਜਿਹੜਾ ਇਹਨਾਂ ਗੁਰੂ ਘਰ ਦੇ ਫਟਕਾਰਿਆਂ ਹੋਇਆਂ ਨੂੰ ਮੂੰਹ ਲਾਊਗਾ। ਤੇ ਸਾਧ ਸੰਗਤ ਹੁਣ ਸਮਾਂ ਲੰਘਦਾ ਗਿਆ, ਇਹਨਾਂ ਦੇ ਅੰਦਰ ਹੰਕਾਰ ਦਾ ਰੋਗ ਵੱਧਦਾ ਜਾਂਦਾ ਹੈ। ਤੇ ਹੰਕਾਰ ਦੇ ਰੋਗ ਵੱਧਦੇ ਕਾਰਨ ਇਹਨਾਂ ਨੂੰ ਜੋ ਗੁਰੂ ਘਰ ਵੱਲੋਂ ਫਟਕਾਰਾਂ ਪਈਆਂ ਹੋਈਆਂ ਸਨ, ਉਹਨਾਂ ਫਟਕਾਰਾਂ ਦੇ ਬਦਲੇ ਇਹਨਾਂ ਦੇ ਸਰੀਰ ਤੇ ਕੋੜ ਹੋਣਾ ਸ਼ੁਰੂ ਹੋ ਗਿਆ।
ਅਪ ਸ਼ਬਦ ਬੋਲੇ, ਅਪ ਸ਼ਬਦਾਂ ਦਾ ਖਮਿਆਜਾ ਇਹਨਾਂ ਨੂੰ ਭੁਗਤਣਾ ਪਿਆ। ਜਦੋਂ ਕੋੜ ਸ਼ੁਰੂ ਹੋ ਗਿਆ ਨਾ ਤੇ ਸਾਧ ਸੰਗਤ ਹੁਣੇ ਮਿਰਤਾਂ ਤਰਲੇ ਕਰਦੇ ਫਿਰਦੇ ਆ। ਕੋਈ ਆਪਣੇ ਘਰ ਵਿੱਚ ਨਹੀਂ ਬੁਲਾ ਕੇ ਰਾਜੀ। ਹੁਣ ਜਿਹੜੇ ਗੁਰੂ ਘਰ ਤੋਂ ਫਟਕਾਰੇ ਗਏ ਉਹਨਾਂ ਨੂੰ ਕੌਣ ਲਾਵੇ ਲਵੇ, ਉਹਨਾਂ ਨੂੰ ਕਿਹੜਾ ਆਪਣੇ ਘਰ ਵਿੱਚ ਵਾੜੇ? ਕਿਸੇ ਨੇ ਨਹੀਂ ਵਾੜੇ। ਇਹ ਬੜੇ ਤਰਲੇ ਕਰਦੇ ਆ, ਬੜੇ ਦੁਖੀ ਹੈ, ਸਰੀਰ ਕਰਕੇ ਵੀ ਦੁਖੀ ਹੈ ਤੇ ਘਰ ਦੇ ਕੰਮਕਾਰ ਰੁਕ ਗਏ। ਕੀਰਤਨ ਕਰਦੇ ਸਨ, ਘਰ ਦਾ ਗੁਜ਼ਾਰਾ ਚੱਲਦਾ ਸੀ, ਉਹ ਗੁਜ਼ਾਰਾ ਵੀ ਠੱਪ ਹੋ ਜਾਂਦਾ ਹੈ। ਬੜੇ ਦੁਖੀ ਹੈ। ਫਿਰ ਸਾਧ ਸੰਗਤ ਭਾਈ ਲੱਦਾ ਜੀ ਪਰਉਪਕਾਰੀ ਸਿੱਖ ਸੀ ਗੁਰੂ ਦੇ ਘਰ ਦਾ। ਇਹਨਾਂ ਨੂੰ ਫਿਰ ਹੋਰ ਤਾਂ ਕੋਈ ਨਹੀਂ ਸੁਝਿਆ ਵੀ ਹੁਣ ਇੱਕੋ ਹੀ ਰਹਿ ਗਏ। ਉਹਨਾਂ ਕੋਲ ਜਾ ਕੇ ਬੇਨਤੀ ਕਰਦੇ ਆ ਵੀ ਭਾਈ ਲੱਦਾ ਜਿਹੜਾ ਹੈ ਇਹ ਗੁਰੂ ਘਰ ਦਾ ਪਰਉਪਕਾਰੀ ਸਿੱਖ ਹੈ, ਵੀ ਉੱਥੋਂ ਨਹੀਂ ਜਵਾਬ ਮਿਲਣਾ। ਇਹ ਫਿਰ ਸਾਧ ਸੰਗਤ ਸਾਰੇ ਆਸਰੇ ਛੱਡ ਕੇ ਭਾਈ ਲੱਦਾ ਜੀ ਦੇ ਵੱਲ ਨੂੰ ਚਾਲੇ ਪਾ ਦਿੰਦੇ। ਹੁਣ ਲੱਦਾ ਪਰਉਪਕਾਰੀ ਸਿੱਖ ਸੀ ਮਹਾਰਾਜ ਦਾ। ਜਦੋਂ ਗਏ ਕੁੰਡਾ ਖੜਕਾਇਆ ਘਰ ਦਾ ਜਾ ਕੇ ਤੇ ਸਾਧ ਸੰਗਤ ਆਵਾਜ਼ ਦਿੱਤੀ, ਭਾਈ ਲੱਦਾ ਜੀ ਦਰਵਾਜ਼ਾ ਖੋਲੋ। ਭਾਈ ਲੱਦਾ ਜੀ ਆਵਾਜ਼ ਮਾਰਦੇ ਆ, ਕੌਣ ਹੈ? ਇਹ ਕਹਿੰਦੇ ਅਸੀਂ ਗੁਰੂ ਘਰ ਦੇ ਕੀਰਤਨੀਆ ਸੱਤਾ ਤੇ ਬਲਵੰਡਾ, ਦਰਵਾਜ਼ਾ ਖੋਲੋ, ਅਸੀਂ ਤੁਹਾਨੂੰ ਮਿਲਣ ਵਾਸਤੇ ਆਏ ਆ। ਉਹ ਕਹਿੰਦੇ ਨਾ ਨਾ ਜਾਓ ਭਾਈ, ਉਹ ਤੁਸੀਂ ਤੇ ਗੁਰੂ ਘਰ ਤੋਂ ਫਟਕਾਰੇ ਹੋਏ ਹੋ, ਗੁਰੂ ਦਾ ਹੁਕਮ ਹੈ ਵੀ ਇਹਨਾਂ ਨੂੰ ਮੂੰਹ ਨਹੀਂ ਲਾਉਣਾ, ਜਾਓ ਜਾਓ। ਇਹ ਕਹਿੰਦੇ ਨਹੀਂ ਲੱਦਾ ਜੀ ਤੁਸੀਂ ਪਰਉਪਕਾਰੀ ਹੋ। ਸਾਰੇ ਜਾਣਦੇ ਆ ਵੀ ਭਾਈ ਲੱਦਾ ਜੀ ਪਰਉਪਕਾਰੀ ਸਿੱਖ ਨੇ ਗੁਰੂ ਦੇ। ਅਸੀਂ ਸਾਰੇ ਆਸਰੇ ਪਰਨੇ ਛੱਡ ਕੇ ਤੁਹਾਡੇ ਕੋਲ ਆਏ ਆ। ਸਾਨੂੰ ਪੂਰਨ ਭਰੋਸਾ ਹੈ ਵੀ ਸਾਡੀ ਕੀਤੀ ਹੋਈ ਭੁੱਲ ਦਾ ਖਮਿਆਜਾ ਜਿਹੜਾ ਹੈ ਵੀ ਉਹ ਅਸੀਂ ਭੁਗਤ ਰਹੇ ਆ। ਸਾਡੀ ਕੀਤੀ ਹੋਈ ਭੁੱਲ ਦਾ ਖਮਿਆਜਾ ਅਸੀਂ ਭੁਗਤ ਰਹੇ ਆ। ਸਾਧ ਸੰਗਤ ਕਹਿੰਦੇ ਭਾਈ ਲੱਦਾ ਜੀ ਨੂੰ ਫਿਰ ਬੇਨਤੀਆਂ ਕਰਦੇ ਆ। ਕਹਿੰਦੇ ਲੱਦਾ ਜੀ ਮਿੰਨਤਾਂ ਕਰਦੇ, ਇੱਕ ਵਾਰੀ ਦਰਵਾਜ਼ਾ ਤੇ ਖੋਲ ਦੋ। ਭਾਈ ਲੱਦਾ ਜੀ ਨੇ ਫਿਰ ਪਰਉਪਕਾਰ ਦੇ ਵਿੱਚ ਦੀ ਮੂਰਤ ਸੀ, ਉਹ ਦਰਵਾਜ਼ਾ ਖੋਲ ਦਿੰਦੇ, ਅੰਦਰ ਚਲੇ ਗਏ। ਭਾਈ ਲੱਦਾ ਜੀ ਜਾ ਕੇ ਚਰਨ ਫੜ ਲਏ, ਕਹਿਣ ਲੱਗੇ ਭਾਈ ਲੱਦਿਆ ਪਰਉਪਕਾਰੀਆ, ਉਹ ਸਾਡੀ ਭੁੱਲਿਆਂ ਦੀ ਭੁੱਲ ਬਖਸ਼ਾ ਦੇ। ਲੱਦਿਆ ਪਰਉਪਕਾਰੀਆ, ਭੁੱਲਿਆਂ ਦੀ ਭੁੱਲ ਬਖਸ਼ਾ ਦੇ। ਪਰਉਪਕਾਰੀਆ, ਭੁੱਲਿਆਂ ਦੀ ਭੁੱਲ ਬਖਸ਼ਾ ਦੇ। ਲੱਦਿਆ 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 ਪਰਉਪਕਾਰੀਆ, ਭੁੱਲਿਆਂ ਦੀ ਭੁੱਲ ਬਖਸ਼ਾ ਦੇ। ਭਾਈ ਲੱਦਿਆ ਪਰਉਪਕਾਰੀਆ, ਭੁੱਲਿਆਂ ਦੀ ਭੁੱਲ ਬਖਸ਼ਾ ਦੇ। ਲੱਦਿਆ ਪਰਉਪਕਾਰੀਆ, ਭੁੱਲਿਆਂ ਦੀ ਭੁੱਲ ਬਖਸ਼ਾ ਦੇ। ਉਹ ਭੁੱਲਿਆਂ ਦੀ ਭੁੱਲ ਬਖਸ਼ਾ ਦੇ। 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 ਭੁੱਲਿਆਂ
ਪਰਉਪਕਾਰੀਆ ਭੁੱਲਿਆਂ ਦੀ ਭੁੱਲ ਬਖਸ਼ਾ ਦੇ ਲੱਭਿਆ ਪਰਉਪਕਾਰੀਆ ਭੁੱਲਿਆਂ ਦੀ ਭੁੱਲ ਬਖਸ਼ਾ ਲੱਭਿਆ ਪਰਉਪਕਾਰੀਆ ਭੁੱਲਿਆਂ ਦੀ ਭੁੱਲ ਬਖਸ਼ਾ ਦੇ ਲੱਭਿਆ ਪਰਉਪਕਾਰੀਆ ਭੁੱਲਿਆਂ ਦੀ ਭੁੱਲ ਬਖਸ਼ਾ ਦੇ ਲੱਭਿਆ ਪਰਉਪਕਾਰੀਆ ਭੁੱਲਿਆਂ ਦੀ ਭੁੱਲ ਬਖਸ਼ਾ ਦੇ ਲੱਭਿਆ ਪਰਉਪਕਾਰੀਆ ਸਾਡੀ ਭੁੱਲਿਆਂ ਦੀ ਭੁੱਲ ਬਖਸ਼ਾ ਦੇ। ਭਾਈ ਲੱਦੇ ਦੇ ਚਰਨ ਫੜਦਾ ਏ, ਕਹਿੰਦੇ ਲੱਦਿਆ ਸਾਡੀ ਭੁੱਲਿਆਂ ਦੀ ਭੁੱਲ ਬਖਸ਼ਾ ਜੇ, ਤੇਰੇ ਕੋਲ ਇਹ ਗੁਰੂ ਨੇ ਦਿੱਤਾ ਹੋਇਆ ਪਰਉਪਕਾਰ ਹੈ, ਤੂੰ ਸਾਡੇ ਤੇ ਪਰਉਪਕਾਰ ਕਰ ਦੇ। ਭਾਈ ਲੱਦਾ ਜੀ ਫਿਰ ਸਾਧ ਸੰਗਤ ਪਰਉਪਕਾਰੀ ਤਾਂ ਹੈ ਸਨ, ਫਿਰ ਉਹ ਪਿਆਰ ਦੀ ਮੂਰਤ ਸਾਧ ਸੰਗਤ ਭਾਈ ਸੱਤਾ ਤੇ ਬਲਵੰਡਾ ਨੂੰ ਹਾਂ ਕਰ ਗਏ। ਕਹਿੰਦੇ ਠੀਕ ਹੈ ਭਾਈ, ਜੇ ਤੁਸੀਂ ਗੁਰੂ ਨਾਨਕ ਦੇ ਘਰ ਤੋਂ ਮਾਫੀ ਮੰਗਦੇ ਹੋ ਤੇ ਫਿਰ ਮੈਨੂੰ ਕੀ ਦਿੱਕਤ ਹੈ ਵੀ ਮੈਂ ਜਾ ਕੇ ਤੁਹਾਡੀ ਭੁੱਲ ਬਖਸ਼ਾਵਾਂ। ਜੇ ਤੁਸੀਂ ਮਾਫੀ ਮੰਗਦੇ ਹੋ, ਤੁਹਾਡੀ ਮਾਫੀ ਮੰਗਣੀ, ਮਹਾਰਾਜ ਦੇ ਚਰਨਾਂ ਵਿੱਚ ਜਾਣਾ, ਲੈ ਚੱਲਦਾ ਮੈਂ, ਪਰ ਤੁਹਾਨੂੰ ਪਤਾ ਵੀ ਹੁਕਮ ਹੈ ਮਹਾਰਾਜ ਦਾ। ਕਹਿੰਦੇ ਕੀ ਹੁਕਮ ਹੈ? ਕਹਿੰਦੇ ਵੀ ਮੂੰਹ ਕਾਲਾ ਕਰਨਾ ਪੈਣਾ ਜਿਹਨੇ ਜਾਣਾ। ਜਦੋਂ ਭਾਈ ਲੱਦੇ ਨੇ ਇਹ ਗੱਲ ਆਖੀ ਵੀ ਮੂੰਹ ਕਾਲਾ ਕਰਨਾ ਪਏ, ਮਹਾਰਾਜ ਦਾ ਹੁਕਮ ਹੈ, ਫਿਰ ਇਹ ਚੁੱਪ ਕਰ ਗਏ। ਇਹਨਾਂ ਨੇ ਨਹੀਂ ਕਿਹਾ ਵੀ ਲੱਦਾ ਜੀ ਵੀ ਤੁਸੀਂ ਸਾਡੇ ਪਿੱਛੇ ਮੂੰਹ ਕਾਲਾ ਕਰੋ ਨਾ, ਕਹਿੰਦੇ ਫਿਰ ਚੁੱਪ ਕਰ ਗਏ। ਕਹਿੰਦੇ ਲੱਦਾ ਜੀ ਅਸੀਂ ਨਹੀਂ ਹੁਣ ਇੱਥੇ ਕੁਝ ਕਹਿ ਸਕਦੇ, ਨਹੀਂ ਕਹਿ ਸਕਦੇ, ਅਸੀਂ ਨਹੀਂ ਤੁਹਾਨੂੰ ਕਹਿੰਦੇ ਵੀ ਸਾਡੇ ਪਿੱਛੇ ਆਪਣਾ ਮੂੰਹ ਕਾਲਾ ਕਰੋ। ਕਹਿੰਦੇ ਖੋਤੇ ਤੇ ਵੀ ਬੈਠਣਾ ਪੈਣਾ, ਖੋਤੇ ਤੇ ਬੈਠਣਾ ਪੈਣਾ ਜਿਹੜਾ ਜਾਊਗਾ ਮਹਾਰਾਜ ਦੇ ਚਰਨਾਂ 'ਚ। ਇਹ ਫਿਰ ਚੁੱਪ ਕਰ ਗਏ। ਹੁਣ ਬਚਨ ਕੀਤਾ ਹੋਇਆ ਸੀ ਲੱਦੇ ਦਾ, ਕਹਿੰਦਾ ਵੀ ਕਿਉਂ ਘਬਰਾਉਂਦੇ ਹੋ, ਚਲੋ ਫਿਰ। ਭਾਈ ਲੱਦਾ ਜੀ ਨੇ ਕਹਿੰਦੇ ਆਪਣਾ ਮੂੰਹ ਕਾਲਾ ਕਰਕੇ ਖੋਤੇ ਤੇ ਬੈਠ ਕੇ ਅੱਗੇ ਅੱਗੇ ਜਾਂਦੇ ਆ ਤੇ ਗੁਰੂ ਘਰ ਦੇ ਫਟਕਾਰੇ ਹੋਏ ਪਿੱਛੇ ਪਿੱਛੇ ਜਾਂਦੇ ਆ, ਪਿੱਛੇ ਪਿੱਛੇ ਜਾਂਦੇ ਆ। ਜਦੋਂ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ, ਦੂਰੋਂ ਵੇਖ ਕੇ ਮਹਾਰਾਜ ਸਿੱਖ ਸੰਗਤਾਂ ਨੂੰ ਪੁੱਛਦੇ ਆ, ਭਾਰੀ ਇਕੱਠ ਸੀ। ਮਹਾਰਾਜ ਕਹਿੰਦੇ ਭਾਈ ਉਹ ਕੌਣ ਆ ਰਿਹਾ? ਜਦੋਂ ਵੇਖਿਆ ਹੁਣ ਮੂੰਹ ਕਾਲਾ ਕਰਿਆ ਹੋਇਆ, ਸਿਆਣ ਚ ਨਹੀਂ ਆਉਂਦੇ ਵੀ ਕੌਣ ਹੈ। ਸੱਤਾ ਬਲਵੰਡਾ ਤੇ ਪਤਾ ਵੀ ਆ ਰਹੇ ਆ ਪਿੱਛੇ ਪਿੱਛੇ ਤੁਰ ਕੇ। ਤੇ ਸਾਧ ਸੰਗਤ ਜਦੋਂ ਨੇੜੇ ਆਏ ਫੇਰ ਪਤਾ ਲੱਗਿਆ, ਆ ਕੇ ਭਾਈ ਲੱਦਾ ਜੀ ਨੇ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰ ਦਿੱਤੀ। ਕਹਿਣ ਲੱਗੇ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ, ਇਹਨਾਂ ਦੀ ਭੁੱਲ ਬਖਸ਼ ਦਿਓ ਮਹਾਰਾਜ। ਜਿਹੜਾ ਹੁਕਮ ਸੀ ਕਾਲਾ ਮੂੰਹ ਹੋਏਗਾ ਉਹ ਵੀ ਆਪ ਹੀ ਕਰ ਲਿਆ, ਖੋਤੇ ਤੇ ਬੈਠਣਾ ਪਵੇਗਾ ਉਹ ਵੀ ਆਪ ਹੀ ਬੈਠ ਕੇ ਆ ਗਿਆ। ਹੁਣ ਮਹਾਰਾਜ ਸਾਧ ਸੰਗਤ ਪਿਆਰ ਦੀ ਮੂਰਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਿਰਪਾ ਦੇ ਘਰ ਵਿੱਚ ਆਏ, ਮਿਹਰ ਦੇ ਘਰ ਵਿੱਚ ਆਏ ਤੇ ਸਾਧ ਸੰਗਤ ਫਿਰ ਬਚਨ ਕੀਤਾ ਭਾਈ ਲੱਦਾ ਜੀ ਨਾਲ। ਕਹਿੰਦੇ ਲੱਦਾ ਜੀ ਹੁਣ ਇਹ ਆ ਤੇ ਗਏ, ਤੁਸੀਂ ਇਹਨਾਂ ਦੇ ਵਿਚੋਲੇ ਬਣ ਕੇ ਆ ਗਏ, ਪਰ ਇਹਨਾਂ ਨੂੰ ਇਹ ਕਹਿ ਦਿਓ ਉਹ ਜਿਹੜੇ ਮੁਖ ਦੇ ਨਾਲ ਗੁਰੂ ਘਰ ਦੀ ਨਿੰਦਿਆ ਕੀਤੀ ਸੀ, ਬਸ ਉਸੇ ਮੁਖ ਦੇ ਨਾਲ ਇਹ ਗੁਰੂ ਘਰ ਦੀ ਸਿਫਤ ਕਰ ਦੇਣ, ਉਪਮਾ ਕਰ ਦੇਣ, ਗੁਰੂ ਨਾਨਕ ਦੇ ਘਰ ਤੋਂ ਬਖਸ਼ੇ ਜਾਣਗੇ। ਗੁਰੂ ਨਾਨਕ ਬਖਸ਼ਣਹਾਰ ਹੈ, ਗੁਰੂ ਨਾਨਕ ਬਖਸ਼ੰਦ ਪਿਤਾ ਹੈ। ਸੋ ਇਹਨਾਂ ਨੂੰ ਮਹਾਰਾਜ ਨੇ ਹੁਕਮ ਕੀਤਾ। ਇਹ ਹੁਕਮ ਕੀ ਸੀ? ਆਓ ਹੁਣ ਆਪਾਂ ਲਾਸਟ ਧਰਨਾ ਪੜ੍ਹ ਕੇ ਫਿਰ ਸਮਾਪਤੀ ਵੱਲ ਜਾਈਏ। ਪਰਿਵਾਰ ਦਾ ਹੁਕਮ ਹੋ ਗਿਆ ਸਮਾਪਤੀ ਦਾ। ਮਹਾਰਾਜ ਕਹਿੰਦੇ ਜਿਹੜੇ ਮੁਖ ਨਾ ਕਰੀ ਸੀ ਨਿੰਦਿਆ, ਉਸੇ ਨਾਲ ਸਿਫਤ ਕਰੋ। ਜਿਹੜੇ ਮੁਖ ਨਾਲ ਕਰੀ ਸੀ ਬਈ ਨਿੰਦਿਆ, ਉਸੇ ਨਾਲ ਸਿਫਤ ਕਰੋ। ਜਿਹੜੇ ਮੁਖ ਨਾਲ ਜੀ ਸੀ ਨਿੰਦਿਆ, ਉਸੇ ਨਾਲ ਸਿਫਤ ਕਰੋ। ਜਿਹੜੇ ਮੁਖ ਨਾਲ ਜੀ ਸੀ ਨਿੰਦਿਆ, ਉਸੇ
ਉਸੇ ਨਾਲ ਸਿਫਤ ਕਰੋ ਮੁਖ ਨਾ ਕਰੀ ਨਿੰਦਿਆ ਉਸੇ ਨਾਲ ਸਿਫਤ ਕਰੋ ਉਸੇ ਨਾਲ ਜੀ 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 ਸਿਫਤ ਕਰੋ ਉਹ ਮੁਖ ਨਾਲ ਕਰੀ ਸੀ ਨਿੰਦਿਆ ਕਰੀ ਸੀ ਤੁਸਾਂ ਨਿੰਦਿਆ ਕਰੀ ਸੀ ਤੁਸਾਂ ਨਿੰਦਿਆ ਉਸੇ ਨਾਲ ਸਿਫਤ ਕਰੋ ਮੁਖ ਨਾਲ ਕਰੀ ਸੀ ਨਿੰਦਿਆ ਉਸੇ ਨਾਲ ਸਿਫਤ ਕਰੋ ਜਿਹੜੇ ਮੁਖ ਨਾਲ ਕੋਈ ਨਿੰਦਿਆ ਉਸੇ ਨਾਲ ਸਿਫਤ ਕਰੋ ਜਿਹੜੇ ਮੁਖ ਨਾਲ ਕੋਈ ਨਿੰਦਿਆ ਉਸੇ ਨਾਲ ਸਿਫਤ ਕਰੋ ਮੁਖ ਨਾ ਕਦੀ ਸੀ ਨਿੰਦਿਆ ਉਸੇ ਨਾਲ ਸਿਫਤ ਕਰੋ ਮੁਖ ਨਾ ਕਦੀ ਸੀ ਨਿੰਦਿਆ ਉਸੇ ਨਾਲ ਸਿਫਤ ਕਰੋ ਭਾਈ ਲੱਦਾ ਜੀ ਨੇ ਫਿਰ ਸਾਧ ਸੰਗਤ ਗੁਰਾਂ ਦਾ ਬਚਨ ਇਹਨਾਂ ਸੱਤੇ ਤੇ ਬਲਵੰਡੇ ਨੂੰ ਆਖਿਆ ਵੀ ਭਾਈ ਮਹਾਰਾਜ ਦਾ ਹੁਕਮ ਹੈ ਵੀ ਜਿਹੜੇ ਮੁਖ ਦੇ ਨਾਲ ਤੁਸੀਂ ਗੁਰੂ ਘਰ ਨੂੰ ਅਪਸ਼ਬਦ ਬੋਲੇ ਗੁਰੂ ਘਰ ਦੀ ਨਿੰਦਿਆ ਕੀਤੀ ਉਸੇ ਮੁਖ ਦੇ ਨਾਲ ਸਿਫਤ ਕਰ ਦਿਓ ਤੁਹਾਡਾ ਇਹ ਜਿਹੜਾ ਕੋੜ ਦਾ ਰੋਗ ਹੈ ਇਹ ਦੂਰ ਹੋ ਜਾਏਗਾ। ਫਿਰ ਕਹਿੰਦੇ ਭਾਈ ਸੱਤਾ ਤੇ ਬਲਵੰਡਾ ਨੇ ਗੁਰੂ ਘਰ ਦੀ ਉਸਤਤ ਕੀਤੀ ਤੇ ਸਾਧ ਸੰਗਤ ਉਹ ਉਸਤਤ ਬਾਰ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਜੋ ਉਸਤਤ ਸੱਤਾ ਤੇ ਬਲਵੰਡਾ ਨੇ ਕੀਤੀ। ਸੱਤਾ ਤੇ ਬਲਵੰਡਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ। ਸੋ ਦੇਖੋ ਗੁਰੂ ਘਰ ਤੋਂ ਫਟਕਾਰੇ ਵੀ ਗਏ ਸਨ ਪਰ ਜਿਹੜਾ ਮਾਫੀ ਮੰਗ ਲੈਂਦਾ ਆਪਾਂ ਪਤਾ ਨਹੀਂ ਕਿੰਨੇ ਕੁ ਔਗਣ ਕਰਦੇ ਆ ਜ਼ਿੰਦਗੀ ਵਿੱਚ ਕਿੰਨੇ ਕੋ ਪਾਪ ਕਰਮ ਕਰਦੇ ਆਪਾਂ ਜ਼ਿੰਦਗੀ ਵਿੱਚ। ਇਹ ਜ਼ਰੂਰੀ ਨਹੀਂ ਵੀ ਜਿਹੜਾ ਹੱਥਾਂ ਨਾਲ ਕੀਤਾ ਜਾਂਦਾ ਉਹੀ ਪਾਪ ਹੈ। ਕਿਸੇ ਵੱਲ ਮਾੜਾ ਵੇਖਦੇ ਆ ਉਹ ਵੀ ਪਾਪ ਹੈ। ਕਿਸੇ ਦਾ ਮਾੜਾ ਕਰਦੇ ਆ ਉਹ ਵੀ ਪਾਪ ਹੈ। ਕਿਸੇ ਦਾ ਮਾੜਾ ਸੁਣਦੇ ਆ ਉਹ ਵੀ ਪਾਪ ਹੈ। ਸੁਣਨਾ ਮਾੜਾ ਉਹ ਵੀ ਪਾਪ ਤੇ ਮਾੜੀ ਜਗ੍ਹਾ ਤੇ ਤੁਰ ਕੇ ਜਾਣਾ ਉਹ ਵੀ ਪਾਪ। ਇਹ ਜ਼ਰੂਰੀ ਨਹੀਂ ਹੁੰਦਾ ਵੀ ਮੈਂ ਹੱਥ ਨਾਲ ਕਰਦਾ ਉਹੀ ਪਾਪ ਬਣਦਾ। ਨਹੀਂ ਭਾਈ, ਕਦੇ ਵੀ ਕਿਸੇ ਦਾ ਮਾੜਾ ਨਾ ਸੋਚੀਏ। ਹਮੇਸ਼ਾ ਭਲੇ ਦੇ ਕਰਮ ਕਰੀਏ, ਭਲੇ ਪੁਰਸ਼ਾਂ ਦੀ ਸੰਗਤ ਕਰੀਏ। ਮਾੜਿਆਂ ਤੋਂ ਗੁਰੇਜ਼ ਕਰੋ, ਭਲੇ ਪੁਰਸ਼ਾਂ ਦੀ ਸੰਗਤ ਕਰੋ। ਜਿਵੇਂ ਕਹਿੰਦੇ ਵੀ ਸਿਆਣੇ ਬੰਦਿਆਂ ਕੋਲ ਬੈਠਣਾ ਚਾਹੀਦਾ, ਸਿਆਣੇ ਬੰਦਿਆਂ ਕੋਲ ਸਿੱਖਿਆ ਮਿਲਦੀ ਹੈ। ਹੁਣ ਤੇ ਸਮਾਂ ਹੀ ਐਸਾ ਆ ਗਿਆ, ਜੇ ਬਾਪੂ ਬੋਲਦਾ ਪਹਿਲਾਂ ਹੀ ਚੁੱਪ ਕਰਦਾ। ਬਾਪੂ ਤੈਨੂੰ ਕੀ ਪਤਾ ਹੈ, ਤੂੰ ਚੁੱਪ ਕਰਕੇ ਬਹਿ ਜਾ। ਉਹ ਨਹੀਂ ਨਹੀਂ, ਬਾਪੂ ਦੇ ਤਾਂ ਸਾਧ ਸੰਗਤ ਐਵੇਂ ਨਹੀਂ ਧੌਲੇ ਆਉਂਦੇ। ਉਹ ਜ਼ਿੰਦਗੀ ਵਿੱਚ ਕੁਝ ਖੱਟਿਆ ਤੇ ਕਮਾਇਆ ਹੁੰਦਾ ਹੈ। ਇਸ ਕਰਕੇ ਆਓ ਆਪਣੇ ਵੱਡਿਆਂ ਦਾ ਸਤਿਕਾਰ ਕਰੋ। ਜਿਨ੍ਹਾਂ ਦੇ ਘਰ ਮਾਪਿਓ ਹੈ ਆਪਣੇ ਮਾਪਿਓ ਦਾ ਸਤਿਕਾਰ ਕਰੋ। ਮਾਪਿਓ ਦੀ ਸੇਵਾ ਠਾਠ ਤੀਰਥਾਂ ਤੇ ਇਸ਼ਨਾਨ ਜਿੰਨੀ ਸੇਵਾ ਦਾ ਫਲ ਮਿਲਦਾ ਹੈ। ਜਿਹੜੇ ਘਰ ਵਿੱਚ ਆਪਣੇ ਮਾਪਿਓ ਦੀ ਸੇਵਾ ਨਹੀਂ ਕਰਦੇ ਉਹ ਭਾਵੇਂ ਕਹਿੰਦੇ ਤੂੰ ਠਾਠ ਤੀਰਥਾਂ ਤੇ ਇਸ਼ਨਾਨ ਕਰਦਾ ਫਿਰ ਤੈਨੂੰ ਫਲ ਨਹੀਂ ਮਿਲਣਾ। ਘਰ ਵਿੱਚ ਮਾਪਿਓ ਦੁਖੀ ਹੈ, ਤੀਰਥਾਂ ਤੇ ਨਹਾਉਂਦਾ ਫਿਰਦਾ ਹੈ, ਅੰਦਰੋਂ ਤੇਰੇ ਮੈਲ ਨਹੀਂ ਜਾਂਦੀ, ਮਾਲਕ ਦੀ ਖੁਸ਼ੀ ਨਹੀਂ ਮਿਲਣੀ। ਘਰ ਵਿੱਚ ਮਾਪਿਓ ਦੀ ਸੇਵਾ ਕਰ ਲੈ, ਕਹਿੰਦੇ ਤੀਰਥਾਂ ਤੇ ਜਾਣ ਦੀ ਲੋੜ ਨਹੀਂ, ਘਰ ਬੈਠੇ ਹੀ ਫਲ ਪ੍ਰਾਪਤ ਹੋ ਜਾਊ। ਸੋ ਆਓ ਗੁਰੂ ਕਿਰਪਾ ਕਰੇ। ਇੱਕ ਧਾਰਨਾ ਪੜ੍ਹ ਕੇ ਫਿਰ ਸਮਾਪਤੀ। ਭੁੱਲ ਚੁੱਕ ਦੀ ਖਿਮਾ, ਮਾਣ ਸਨਮਾਨ ਦੇ ਹਾਰਦਿਕ ਧੰਨਵਾਦੀ ਸਰਦਾਰ ਜੀਤ ਸਿੰਘ ਜੀ, ਜਿਨ੍ਹਾਂ ਨੇ 3 ਰੋਜ਼ ਤੋਂ ਲੈ ਕੇ ਸਾਰੇ ਪਰਿਵਾਰ ਨੇ ਰਲ ਮਿਲ ਕੇ ਮਹਾਰਾਜ ਸਾਹਿਬ ਦੀ ਸੇਵਾ ਕੀਤੀ ਹੈ। ਚਰਨਾਂ ਦੀ ਸੇਵਾ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ। ਜਿਹੜੇ ਚਿਤ ਲਾ ਕੇ ਸੇਵਾ ਕਰਦੇ ਆ
ਉਹਨਾਂ ਦੀ ਸੇਵਾ ਸਫਲ ਹੈ। ਫਿਰ ਕੀ ਹੁੰਦਾ ਹੈ, ਮਨ ਚਿੰਦਿਆ ਫਲ ਪਾਵਣਾ, ਉਹਨਾਂ ਦਾ ਮਨ ਭਾਉਂਦੇ ਫਲ ਜਿਹੜੇ ਉਹ ਗੁਰੂ ਨਾਨਕ ਦੇ ਚਰਨਾਂ ਚੋਂ ਪ੍ਰਾਪਤ ਕਰ ਲੈਂਦੇ। ਹਉਮੈ ਵਿੱਚੋਂ ਜਾਏ, ਹਉਮੈ ਦਾ ਰੋਗ ਖਤਮ ਹੋ ਜਾਂਦਾ ਹੈ ਤੇ ਅੰਦਰ ਚੰਗੀ ਸਿੱਖਿਆ ਪ੍ਰਵੇਸ਼ ਕਰ ਜਾਂਦੀ ਹੈ। ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜੇ। ਨਾਵਣ ਚੱਲੇ ਤੀਰਥੀ, ਮਨ ਕੋਟੇ ਤਨ ਚੋਰ, ਇੱਕ ਪਉ ਲੱਥੀ ਨਾਤਿਆ, ਦੋਏ ਪਾ ਚੜੀਅਸ ਹੋਰ। ਜੇ ਨਹਾਉਂਦਾ ਫਿਰਦਾ ਤੀਰਥਾਂ ਦੇ ਅੰਦਰ ਹੰਕਾਰ ਹੈ, ਲੋਭ ਹੈ, ਕਹਿੰਦੇ ਤੇਰਾ ਨਹਾਉਣਾ ਕਿਸੇ ਕੰਮ ਨਹੀਂ, ਨੇ ਫਲ ਹੈ। ਆਓ ਇਹ ਧਾਰਨਾ ਪੜ੍ਹ ਕੇ ਫਿਰ ਆਨੰਦ ਸਾਹਿਬ ਦੀ ਬਾਣੀ ਦਾ ਜਾਪ। ਭੁੱਲ ਚੁੱਕ ਦੀ ਖਿਮਾ, ਮਾਣ ਅਤੇ ਸਨਮਾਨ ਦੇ ਹਾਰਦਿਕ ਧੰਨਵਾਦੀ। ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ। ਤੇਰੇ ਅੰਦਰੋਂ ਮੈਲ ਨਾ ਜਾਵੇ, ਤੇਰੇ ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰ ਤੀਰਥਾਂ ਤੇ, ਤੂੰ ਨਹਾਉਂਦਾ ਫਿਰ ਤੀਰਥਾਂ ਤੇ, ਨਹਾਉਂਦਾ ਫਿਰ ਤੀਰਥਾਂ ਤੇ। ਤੇਰੇ ਅੰਦਰੋਂ ਮੈਲ ਨਾ ਜਾਵੇ, ਤੇਰੇ ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰ ਤੀਰਥਾਂ ਤੇ, ਨਹਾਉਂਦਾ ਫਿਰ ਤੀਰਥਾਂ ਤੇ, ਨਹਾਉਂਦਾ ਫਿਰ ਤੀਰਥਾਂ ਤੇ। ਅੰਦਰੋਂ ਮੈਲ ਨਾ ਜਾਵੇ, ਤੇਰੇ ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰ ਤੀਰਥਾਂ ਤੇ, ਨਹਾਉਂਦਾ ਫਿਰ ਤੀਰਥਾਂ ਤੇ, ਨਹਾਉਂਦਾ ਫਿਰ ਤੀਰਥਾਂ ਤੇ। ਅੰਦਰੋਂ ਮੈਲ ਨਾ ਜਾਵੇ, ਅੰਦਰੋਂ ਮੈਲ ਨਾ ਜਾਵੇ, ਤੇਰੇ ਅੰਦਰੋਂ ਮੈਲ ਨਾ ਜਾਵੇ, ਅੰਦਰੋਂ ਮੈਲ ਨਾ ਜਾਵੇ, ਅੰਦਰੋਂ ਮੈਲ ਨਾ ਜਾਵੇ, ਤੇਰੇ ਅੰਦਰੋਂ ਮੈਲ ਨਾ ਜਾਵੇ, ਅੰਦਰੋਂ ਮੈਲ ਨਾ ਜਾਵੇ, ਤੇਰੇ ਅੰਦਰੋਂ ਮੈਲ ਨਾ ਜਾਵੇ, ਤੇਰੇ ਅੰਦਰੋਂ ਮੈਲ ਨਾ ਜਾਵੇ, ਅੰਦਰੋਂ ਮੈਲ ਨਾ ਜਾਵੇ, ਤੇਰੇ ਅੰਦਰੋਂ ਮੈਲ ਨਾ ਜਾਵੇ, ਅੰਦਰੋਂ ਮੈਲ ਨਾ ਜਾਵੇ, ਅੰਦਰੋਂ ਮੈਲ ਨਾ ਜਾਵੇ, ਤੇਰੇ ਅੰਦਰੋਂ ਮੈਲ ਨਾ ਜਾਵੇ। ਉਹ ਨਹਾਉਂਦਾ ਫਿਰ ਤੀਰਥਾਂ ਤੇ, ਨਹਾਉਂਦਾ ਫਿਰ ਤੀਰਥਾਂ ਤੇ, ਨਹਾਉਂਦਾ ਫਿਰ ਤੀਰਥਾਂ ਤੇ। ਤੇਰੇ ਅੰਦਰੋਂ ਮੈਲ ਨਾ ਜਾਵੇ, ਤੇਰੇ ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰ ਤੀਰਥਾਂ ਤੇ, ਨਹਾਉਂਦਾ ਫਿਰ ਤੀਰਥਾਂ ਤੇ, ਨਹਾਉਂਦਾ ਫਿਰ ਤੀਰਥਾਂ ਤੇ। ਅੰਦਰੋਂ ਮੈਲ ਨਾ ਜਾਵੇ, ਤੇਰੇ ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰ ਤੀਰਥਾਂ ਤੇ, ਨਹਾਉਂਦਾ ਫਿਰ ਤੀਰਥਾਂ ਤੇ, ਨਹਾਉਂਦਾ ਫਿਰ ਤੀਰਥਾਂ ਤੇ। ਆਓ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਉੱਤੇ ਮਿਹਰ ਪ੍ਰਿਆਤ ਰੱਖੇ। ਆਨੰਦ ਸਾਹਿਬ ਦੀ ਬਾਣੀ ਦਾ ਜਾਪ ਸਾਰੇ ਰਲ ਮਿਲ ਕੇ ਕਰੀਏ। ਆਈ ਸੰਗਤ ਦਾ, ਪਤਵੰਤਿਆਂ ਦਾ ਬਹੁਤ ਬਹੁਤ ਧੰਨਵਾਦ। ਭਾਈ ਗੁਰਪ੍ਰੀਤ ਸਿੰਘ ਜੀ ਰਾਜੂ ਖੰਨਾ ਜੀ ਆਏ ਆ, ਇਹਨਾਂ ਦਾ ਵੀ ਧੰਨਵਾਦ। ਭਾਈ ਹਰਜੀਤ ਹਰਮਨ ਜੀ ਆਏ ਨੇ, ਉਹਨਾਂ ਦਾ ਵੀ ਧੰਨਵਾਦ। ਪਰਿਵਾਰ ਵੱਲੋਂ ਸਨੇਹ ਰੱਖਦੇ ਹੋਏ ਸਾਰੇ ਪਹੁੰਚੇ ਹੋ, ਪੂਰੀਆਂ ਸਿੱਖ ਸੰਗਤਾਂ ਦਾ ਧੰਨਵਾਦ। ਗੁਰੂ ਕਿਰਪਾ ਕਰੇ ਸਭਨਾਂ ਉੱਪਰ ਮਿਹਰ ਭਰਿਆ ਹੱਥ ਰੱਖੇ, ਚੜ੍ਹਦੀ ਕਲਾ ਦੀ ਦਾਤ ਬਖਸ਼ੇ। ਆਨੰਦ ਸਾਹਿਬ ਦੀ ਬਾਣੀ ਦਾ ਜਾਪ। ਫਿਰ ਸਾਰੇ ਅਰਦਾਸਾਂ ਵਿੱਚ ਸ਼ਾਮਲ ਹੋਈਏ। ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ, ਨਗਰ ਦੇ ਭਲੇ ਦੀ ਅਰਦਾਸ, ਸਰਬੱਤ ਦੇ ਭਲੇ ਦੀ ਅਰਦਾਸ ਆਪਾਂ ਸਾਰੇ ਰਲ ਮਿਲ ਕੇ ਕਰਾਂਗੇ ਜੀ। ਇੰਨੀ ਕੁ ਸੇਵਾ ਪ੍ਰਵਾਨ ਕਰਾਂਗੇ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤਾਂ ਪਾਇਆ ਹੈ ਜਿਸੀ ਮਨ ਵਜੀਆਂ ਵਧਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਤੂੰ ਤਾਂ ਗਾਵੋ ਹਰੇ ਕੇਰਾ ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ
ਸਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਮੁਸਾਰੇ ਐਨੇ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਆਚੇ ਸਾਹਿਬ ਕਿਆ ਨਹੀਂ ਕਰਦੇ ਅਰਥਾਂ ਤੇ ਨੇ ਸਭ ਵਿਚਰੇ ਜਿਸ ਦੇਵੇ ਸੋ ਪਾਵੇ ਸਦਾ ਸਿਵਤ ਸਲਾਹ ਤੇ ਨਾਮ ਮਨ ਬਸਾਵੇ ਨਾਮ ਜਿ ਲਿਖੈ ਮਨ ਬਸਿਆ ਬਾਜੀ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਆਇਆ ਆਧਾਰੋ ਸਾਚ ਨਾਮ ਆਧਾਰ ਮੇਰਾ ਦਿਨ ਭੁੱਖਾ ਸਭ ਗਵਾਇਆ ਸ਼ਾਂਤ ਸੁਖ ਮਨ ਆਇਵਤ ਜਿਨ ਇੱਛਾ ਸਭ ਪੁਜਾਈ ਸਦਾ ਕੁਰਬਾਨ ਕੀਤਾ ਗੁਣ ਵਿਟਮੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਸ਼ਬਦ ਤਰੋ ਪਿਆਰੋ ਸਚ ਨਾਮ ਮੇਰਾ ਆਧਾਰੋ ਅਜੇ ਬੰਦ ਸ਼ਬਦ ਦਿਤ ਘਰ ਸੁਭਾਗੇ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰਿਆ ਉਤਪਤ ਵਤ ਗੀਤੇ ਗਾਲ ਕੰਟ ਕੁਮਾਰਿਆ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨੰਦ ਮਾਜੇ ਹਾਂਜੀ ਆਨੰਦ ਸੁਣੋ ਬੜ ਭਾਗੀ ਸਗਲ ਮਨੋਰਥ ਪੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸੂਰਿ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਰਾਤ ਦੋਏ ਦਾਈ ਦਾਇਆ ਗਿਲੇ ਸਗਰੇ ਜਗਤ ਚੰਗਿਆਈਆਂ ਬੁਰਿਆਈਆਂ ਵਾਜੈ ਧਰਮ ਹਦੂਰ ਆਪੋ ਆਪਣੀ ਕੇ ਨੇੜੇ ਗਏ ਦੂਰ ਭੋਜਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਹਾਂਜੀ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਕਹਿ ਅਰਦਾਸ